पूरबले पुन करम, जिन्ना पोतै पुन से ज्ञान बिचारी, जिन्ना पोतै पुन तिन हਉਮੈ मारी, नानक जो नाम रते तिन को बलिहारी। गौड़ी ग्वारेरी महला तीजा। भाव जिन्हां दे करम लिखोते पूरब पुन खाते पोते अंदर ਧੁਰੋਂ ਪੁੰਨ ਕਰਮ ਜਮਾ ਹੋਇਆ ਹੁੰਦਾ ਹੈ, ਸਹੀ ਜਨ ਗੁਰਮਤ ਗਿਆਨ ਦੇ ਅਧਿਕਾਰੀ ਅਤੇ ਸੱਚੇ ਗਿਆਨ ਵਿਚਾਰੀ ਇਸ ਜਨਮ ਵਿੱਚ ਕੁਦਰਤੋਂ ਹੀ ਗੁਰੂ ਘਰ ਵਿੱਚ ਆ ਕੇ ਪੁੰਕਰਦੇ ਹਨ। ਸਹੀ ਗੁਰਮੁਖ ਜਨ ਗੁਰਗਿਆਨ ਪਦਾਰਥ ਨਾਮ ਦੇ ਅਭਿਆਸਾਚਾਰੀ ਬਣਦੇ ਹਨ, ਜਿਨ੍ਹਾਂ ਦੇ ਸ਼ੁਭ ਕਰਮੀ ਪੂਰਬਲੇ ਖਾਤੇ ਖਜ਼ਾਨੇ ਰੂਪੀ ਲਿਖਤ ਪੋਤੇ ਅੰਦਰ ਪੁੰਨ ਦੀ ਪ੍ਰਬਲ ਉਗਰਤਾ ਹੁੰਦੀ ਹੈ, ਤਿਨਾਂ ਦੀ ਹਉਮੈ ਮਰਦੀ ਹੈ। ਸਹੀ ਜਨ ਹਉਮੈ ਮਾਰ ਕੇ ਨਿਰਮਾਣ ਗੁਰਮੁਖ ਭਗਤ ਜਨਾਂ ਵਾਲੀਆਂ ਗੁਰਮਤ ਨਾਮ ਅਭਿਆਸ ਕਮਾਈਆਂ ਕਰਦੇ ਹਨ। ਐਸੇ ਨਾਮ ਰਤੇ ਗੁਰਸਿੱਖ ਗੁਰਮੁਖ ਭਗਤ ਜਨਾਂ ਤੋਂ ਗੁਰੂ ਸਾਹਿਬ ਘੋਲ ਘੁਮਾਈਆਂ ਹੁੰਦੇ ਹਨ। ਦੇਖੋ, ਨਾਮ ਅਭਿਆਸ ਕਮਾਈਆਂ ਵਾਲੇ ਪੁੰਨ ਕਰਮੀ ਗੁਰਸਿੱਖਾਂ ਦਾ ਕਿਤਨਾ ਵੱਡਾ ਵੱਡ ਫਜ਼ੀਲਤੀ ਮਰਤਬਾ ਹੈ, ਜਿਨ੍ਹਾਂ ਤੇ ਕਿ ਖੁਦ ਗੁਰੂ ਸਾਹਿਬ ਵੀ ਵਾਰੇ ਘੋਲੇ ਜਾਂਦੇ ਹਨ। ਇਦੋਂ ਵਧੇਰੇ ਹੋਰ ਪੁੰਨ ਕਰਮੀ ਕੌਣ ਹੋ ਸਕਦਾ ਹੈ? ਤਾਂ ਤੇ ਨਾਮ ਅਭਿਆਸ ਦੀਆਂ ਕਮਾਈਆਂ ਵਿੱਚੋਂ ਸਾਨੂੰ ਵੱਧ-ਵੱਧ ਕੇ, बढ़-ਚੜ੍ਹ ਕੇ ਅਤੇ ਬਿੰਦ-ਬਿੰਦ ਚੁੱਕ-ਚੁੱਕ ਹੋ ਕੇ ਕੁਰਬਾਨ ਹੋਣਾ ਚਾਹੀਦਾ ਹੈ। ਮਿਹਰਬਾਨ ਵਾਹਿਗੁਰੂ ਦੇ ਨਾਮ ਲੈਣ ਵਾਲਿਆਂ ਤੋਂ ਗੁਰੂ ਸਦ ਕੁਰਬਾਨੇ ਜਾਂਦੇ ਹਨ। ਐਸੇ ਨਾਮ ਦੇ ਦਾਤੇ ਮਿਹਰਬਾਨ ਸਤਿਗੁਰੂ ਤੋਂ ਸਾਨੂੰ ਕਿਤਨਾ ਕੁ ਕੁਰਬਾਨ ਹੋਣਾ ਚਾਹੀਦਾ ਹੈ, ਜਿਸ ਦਾ ਅੰਤ ਹਿਸਾਬ ਨਹੀਂ। ਗੁਰੂ ਮਿਹਰਬਾਨ ਦੇ ਫਰਮਾਨ ਦਾ ਆਗਿਆਕਾਰੀ ਹੋਣਾ ਅਤੇ ਹੁਕਮ ਰਜ਼ਾਈ ਸਾਹਿਬ ਦੇ ਸਭ ਤੋਂ ਵੱਡੇ ਅਤੇ ਸ੍ਰੇਸ਼ਟ ਹੁਕਮ ਦਾ ਅਨੁਸਾਰੀ ਹੋਣਾ ਹੀ ਗੁਰਸਿੱਖਾਂ ਦੀ ਪੁੰਨ ਲੇਖੇ ਪੈਣ ਵਾਲੀ ਕੁਰਬਾਨੀ ਹੈ। ਸਾਹਿਬ ਦਾ ਸਰਬੋਤਮ ਹੁਕਮ ਜੋ ਸਤਿਗੁਰਾਂ ਦੁਆਰੇ ਸਿੱਖਾਂ ਪ੍ਰਤੀ ਸੂਚਿਤ ਹੋਇਆ ਹੈ, ਉਹ ਹੈ ਨਾਮ ਜਪਣਾ ਅਤੇ ਗੁਰਬਾਣੀ ਦ੍ਰਿੜਾਏ ਆਸ਼ੇ ਅਨੁਸਾਰ ਜਪਣਾ ਤੇ ਜਪੀ ਜਾਣਾ। ਐਸਾ ਜਪਣਾ ਕਿ ਜਪ ਕੇ ਨਾਮੀ ਵਾਹਿਗੁਰੂ ਨਾਲ ਤਦ ਰੂਪ ਹੀ ਹੋ ਜਾਣਾ। ਗੁਰਮੁਖਾਂ ਨੂੰ ਹੀ ਇਹ ਵਡਿਆਈ ਮਿਲਦੀ ਹੈ। ਮਨਮੁਖ ਮੂੜ ਅਗਿਆਨੀਆਂ ਦਾ ਮਾਇਆ ਚਿਤਵਾਸ ਹੀ ਉਲਟਾ ਅਭਿਆਸ ਹੈ। ਉਹ ਤਾਂ ਅਹਨਸ ਮਾਇਆ ਦੀਆਂ ਚਿਤਵਨੀਆਂ ਹੀ ਚਿਤਵਦੇ ਰਹਿੰਦੇ ਹਨ। ਉਹ ਮੂੜ ਅਗਿਆਨੀ ਇੱਕ ਨਿਮਖ ਵੀ ਨਾਮ ਚਿਤਵਨੀ ਦੇ ਸ਼ੁਭ ਪਾਸੇ ਨਹੀਂ ਆਉਂਦੇ। ਨਾਮ ਬਿਨਾਂ ਤਿਨਾਂ ਦਾ ਦੁੱਖਾਂ ਵਿੱਚ ਹੀ ਨਿਵਾਸ ਰਹਿੰਦਾ ਹੈ। ਸੱਚਾ ਸੁਖਦਾਤਾ ਗੁਰਮਤ ਗਿਆਨ ਨਾਮ ਅਭਿਆਸ ਹੈ। ਤਿਸ ਪਾਸੇ ਕੋਈ ਗੁਰਮੁਖ ਜਨ ਹੀ ਲੱਗਦੇ ਹਨ। ਉਹੀ ਗੁਰਮੁਖ ਜਨ ਹੀ ਲੱਗਦੇ ਹਨ ਜਿਨ੍ਹਾਂ ਦੇ ਪੁੰਨ ਕਰਮਾਂ ਵਿੱਚ ਧੁਰੋਂ ਲਿਖਿਆ ਹੋਇਆ ਹੁੰਦਾ ਹੈ। ਯਥਾ ਗੁਰਵਾਕ ਬਿਨ ਨਾਮੈ ਸਭ ਦੁਖ ਨਿਵਾਸ, ਮਨਮੁਖ ਮੂੜ ਮਾਇਆ ਚਿਤਵਾਸ, ਗੁਰਮੁਖ ਗਿਆਨ ਧੁਰ ਕਰਮ ਲਿਖਿਆਸ। ਗੌੜੀ ਗਵਾਰੇਰੀ ਮਹੱਲਾ ਪਹਿਲਾ। ਗੁਰਮੁਖ ਗਿਆਨ ਆਨਮਤ ਗਿਆਨਾਂ ਨਾਲੋਂ ਐਸਾ ਹੀ ਵਿਲੱਖਣ ਹੈ ਜੈਸਾ ਕਿ ਗੁਰਮਤ ਕਰਮ ਆਨਮਤ ਕਰਮਾਂ ਨਾਲੋਂ ਵਿਲੱਖਣ ਹੈ। ਇਸ ਦਾ ਵਿਸ਼ੇਸ਼ ਨਿਰਣਾ ਅੱਗੇ ਹੋਵੇਗਾ। ਨਾਮ ਨਾਲ ਸਹਿਜ ਧਿਆਨ ਲੱਗਣਾ ਗੁਰਮੁਖਾਂ ਦੇ ਵਿਰਸੇ ਵਿੱਚ ਹੀ ਆਇਆ ਹੈ, ਜਿਨ੍ਹਾਂ ਨੇ ਪੂਰਬਲੇ ਪੁੰਨ ਕਰਮਾਂ ਕਰਕੇ ਸਤਿਗੁਰੂ ਨੂੰ ਪਾਇਆ ਹੈ। ਸਤਿਗੁਰੂ ਦਾ ਪਾਉਣਾ ਪੂਰਬਲੇ ਪੁੰਨ ਕਰਮਾਂ ਦਾ ਹੀ ਅੰਕੁਰ ਹੈ। ਐਸੇ ਪੁੰਨ ਕਰਮੀ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਰਹਿਣ ਦਾ ਸੁਭਾਗ ਵੀ ਪੁੰਨ ਕਰਮੀ ਸਤਸੰਗੀਆਂ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਦੀ ਸੰਗਤ ਵਿੱਚ ਮਿਲੇ ਰਹਿਣ ਦੇ ਪ੍ਰਤਾਪ ਨਾਲ ਦਰਗਾਹ ਮਾਨ ਪਾਈਦਾ ਹੈ। ਯਥਾ ਗੁਰਵਾਕ ਕਰਮੀ ਸਤਿਗੁਰ ਪਾਈਐ ਅਨ ਦਿਨ ਲਗੈ ਧਿਆਨ, ਤਿਨ ਕੀ ਸੰਗਤ ਮਿਲ ਰਹਾ ਦਰਗਾਹ ਪਾਈ ਮਾਨ। ਗੌੜੀ ਕੀ ਵਾਰ ਸ਼ਲੋਕ ਮਹਲਾ ਚੌਥਾ। ਧੰਨ ਗੁਰੂ ਚੌਥੀ ਪਾਤਸ਼ਾਹੀ ਕੇਵੜ ਵੱਡਾ ਇਸ਼ਤਿਆਕ ਜ਼ਾਹਰ ਕੀਤਾ ਹੈ ਪੁੰਨ ਕਰਮੀ ਸਤਸੰਗੀ ਜਨਾਂ ਦੀ ਸੰਗਤ ਵਿੱਚ ਮਿਲੇ ਰਹਿਣ ਦਾ। ਆਹਾ, ਗੁਰੂ ਸਾਹਿਬ ਖੁਦ ਸ਼ੌਕ ਸ਼ੌਕਾਉਂਦੇ ਹਨ ਅਤੇ ਨਿਜ ਸ਼ੌਕ ਸ਼ੌਕਾਏ ਕੇ ਗੁਰਸਿੱਖਾਂ ਦਾ ਸ਼ੌਕ ਵਧਾਉਂਦੇ ਹਨ। ਤਿਨ ਕੀ ਸੰਗਤ ਮਿਲ ਰਹਾ। ਸੱਚਮੁੱਚ ਗੁਰੂ ਸੱਚੇ ਪਾਤਸ਼ਾਹ ਗੁਰੂ ਸੰਗਤ ਵਿੱਚ ਪ੍ਰਤੱਖ ਹੁੰਦੇ ਹਨ ਅਤੇ ਪ੍ਰਤੱਖ ਵਰਤਦੇ ਹਨ। ਦਿਬ ਲਤੀਫੀ ਨਦਰ ਦ੍ਰਿਸ਼ਟੀ ਵਾਲੇ ਗੁਰਸਿੱਖਾਂ ਗੁਰਮੁਖ ਜਨਾਂ ਨੂੰ ਤਾਂ ਪ੍ਰਤੱਖ ਦੀਂਦੇ ਹਨ। ਗੁਰਸੰਗਤ ਵਿੱਚ ਨਿਰਬਾਣ ਕੀਰਤਨ ਕਰਨ ਵਾਲੇ ਅਖੰਡਾਕਾਰੀ ਸੁਰਤੀਸ਼ਰਾਂ ਨੂੰ ਤਾਂ ਜੋਤੀਸ਼ ਗੁਰੂ ਸਨਮੁਖ ਦਿਦਾਰੇ ਦਿੰਦੇ ਹਨ। ਆਹਾ, ਕੈਸਾ ਗੁਰਵਾਕ ਇਸ ਪਰਥਾਏ ਸਫੁਰਨ ਹੋ ਕੇ ਸੁਘਟਤ ਹੋਇਆ ਹੈ। ਜਿਨ ਕੋ ਨਾਮ ਲਿਖਿਆ ਧੁਰ ਲੇਖ, ਤੇ ਅੰਦਿਨ ਨਾਮ ਸਦਾ ਧਿਆਵੈ, ਗੁਰ ਪੂਰੇ ਤੇ ਭਗਤ ਵਿਸੇਖ। ਰਹਾਓ ਜਿਨ ਕੋ ਹਰ ਪ੍ਰਭ ਲਏ ਮਿਲਾਏ, ਤਿਨ ਕੀ ਗਹਿਣਗਤ ਕਹੀ ਨ ਜਾਏ, ਪੂਰੇ ਸਤਿਗੁਰ ਦਿੱਤੀ ਵਡਿਆਈ, ਊਤਮ ਪਦਵੀ ਹਰ ਨਾਮ ਸਮਾਈ। ਜੋ ਕਿਛ ਕਰੇ ਸੋ ਆਪੇ ਆਪ, ਇਹ ਘੜੀ ਮੈਂ ਥਾਪ ਉਥਾਪ, ਕਹਿ ਕਹਿਣਾ ਆਖ ਸੁਣਾਏ, ਜੇ ਸੌ ਘਾਲੇ ਥਾਏ ਨਾ ਪਾਏ। ਜਿਨ ਕੈ ਪੋਤੈ ਪੁੰਨ ਤਿਨਾ ਗੁਰੂ ਮਿਲਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ। ਆਸਾ ਮਹਲਾ ਤੀਜਾ ਪੰਚਪਦੇ। ਭਾਵ ਜਿਨ੍ਹਾਂ ਦੇ ਲੇਖ ਸੁਲੇਖਾਂ ਵਿੱਚ ਧੁਰੋਂ ਪੂਰਬਲੇ ਜਨਮ ਦੇ ਪੁੰਨ ਕਰਮਾਂ ਦੇ ਪ੍ਰਭਾਵ ਕਰ ਗੁਰਮਤ ਨਾਮ ਜਪਣ ਦਾ ਸੁਲੇਖ ਲਿਖਿਆ ਹੋਇਆ ਹੁੰਦਾ ਹੈ, ਸੇ ਜਨ ਇਸ ਜਨਮ ਵਿੱਚ ਪੂਰੇ ਗੁਰੂ ਸਤਿਗੁਰੂ ਨਾਨਕ ਦੇ ਘਰੋਂ ਵਿਸ਼ੇਸ਼ ਵਿਲੱਖਣ ਗੁਰਮਤ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਕਰਕੇ ਨਾਮ ਧਿਆਨ ਰੂਪੀ ਅਭਿਆਸ ਕਮਾਈ ਵਿੱਚ ਦਿਨ ਰਾਤ ਸਦਾ
ਅਤੇ ਸਵਾਸ ਜੁਟੇ ਰਹਿੰਦੇ ਹਨ। ਗੁਰਮਤਿ ਨਾਮ ਦੀ ਇਸ ਅਥਾਹ ਅਭਿਆਸ ਕਮਾਈ ਦਾ ਸਦਕਾ ਇਸੇ ਜਨਮ ਵਿਖੇ ਹੀ ਵਾਹਿਗੁਰੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਸਵੈ ਸਰੂਪ ਵਿੱਚ ਮਿਲਾ ਲੈਂਦਾ ਹੈ। ਅਜਿਹੇ ਵਿਸ਼ੇਸ਼ ਕਰਮੀ ਵਡਭਾਗੇ ਗੁਰਮੁਖ ਜਨਾਂ ਦੀ ਗਹਿਣਗਤ ਕਹੀ ਕਥੀ ਨਹੀਂ ਜਾਂਦੀ। ਇਸ ਵਡਭਾਗ ਅਤੇ ਸੱਚੀ ਵਡਿਆਈ ਦੀ ਬਖਸ਼ਿਸ਼ ਉਹਨਾਂ ਨੂੰ ਪੂਰੇ ਸਤਿਗੁਰੂ ਗੁਰੂ ਨਾਨਕ ਦੇ ਦੁਆਰਿਓਂ ਦਰੋਂ ਘਰੋਂ ਹੀ ਹੁੰਦੀ ਹੈ, ਹੋਰ ਕਿਤੋਂ ਨਹੀਂ। ਵਾਹਿਗੁਰੂ ਅਤੇ ਵਾਹਿਗੁਰੂ ਦੇ ਨਾਮ ਵਿੱਚ ਸਮਾਈ ਵਾਲੀ ਉੱਤਮ ਪਦਵੀ ਦੇ ਪ੍ਰਦਾਨ ਕਰਨਹਾਰਾ ਉਹ ਆਪੇ ਆਪ ਹੈ, ਇਸ ਵਿੱਚ ਹੋਰ ਕਿਸੇ ਦਾ ਹੱਥ ਨਹੀਂ। ਜਿਸ ਨੂੰ ਚਾਹੇ ਵਿਸ਼ੇਸ਼ ਗੁਰਮਤਿ ਨਾਮ ਭਗਤੀ ਦੀ ਥਾਪਨਾ ਦੇ ਕੇ ਆਪਣੇ ਸਰੂਪ ਵਿੱਚ ਮਿਲਾਏ ਲੈਣ ਦੀ ਉੱਚ ਥਾਪਨਾ ਵਾਲੀ ਉੱਤਮ ਤੇ ਪਰਮ ਪਦਵੀ ਪ੍ਰਦਾਨ ਕਰੇ। ਆਪੋਂ ਕੋਈ ਇਸ ਉੱਤਮ ਦਾਤ ਅਤੇ ਉੱਚ ਪਦਵੀ ਨੂੰ ਪ੍ਰਾਪਤ ਨਹੀਂ ਹੋ ਸਕਦਾ। ਕਹਿਣ ਮਾਤਰ ਭਾਵੇਂ ਬਥੇਰਾ ਕਥਨੀ ਕਰਦਾ ਫਿਰੇ ਅਤੇ ਲੋਕਾਂ ਨੂੰ ਸੁਣਾਉਂਦਾ ਫਿਰੇ ਕਿ ਮੈਨੂੰ ਆਪੇ ਹੀ ਸਭ ਕੁਝ ਮਿਲਿਆ ਹੈ। ਸਤਿਗੁਰੂ ਦੀ ਸਹਾਇਤਾ ਬਾਝੋਂ, ਉਸ ਦੀ ਨਦਰ ਕਰਮੀ ਮਿਹਰ ਬਾਝੋਂ ਮਨਮੁਖੀ ਆਨਮਤੀ ਪੁਰਸ਼ ਆਪਣੀ ਮਨਮਤ ਅਧੀਨੀ ਅਤੇ ਆਨਮਤ ਪ੍ਰਾਧੀਨੀ ਸੋ ਘਾਲਾਂ ਕਾੜਦਾ ਫਿਰੇ। ਉਸ ਦੀ ਮਨਮਤੀ ਅਤੇ ਕੁਮਤੀ ਘਾਲ ਇੱਕ ਵੀ ਥਾਂ ਨਹੀਂ ਪੈਂਦੀ, ਸਭ ਘਾਲਾਂ ਅਜਾਈ ਜਾਂਦੀਆਂ ਹਨ। ਜਿਨ੍ਹਾਂ ਦੇ ਪੋਤੇ ਪੁੰਨ ਹੁੰਦਾ ਹੈ ਪਿਛਲੀ ਪੂਰਬਲੀ ਲਿਖਤਕਾਰ ਦਾ, ਤਿਨਾਂ ਨੂੰ ਕਰਮ ਵਿਧਾਤਾ ਵਾਹਿਗੁਰੂ ਨਦਰੀ ਨਦਰ ਨਿਹਾਲਣਾ ਕਰਮ ਦਾਤ ਫਲ ਦਾਤਾ ਸੱਚੇ ਸਤਿਗੁਰੂ ਦਾ ਮਿਲਾਪ ਕਰਾਉਂਦਾ ਹੈ। ਸਤਿਗੁਰੂ ਉਹਨਾਂ ਨੂੰ ਗੁਰਬਾਣੀ ਦੀ ਪਾਣ ਚਾੜ ਕੇ ਗੁਰ ਦੀਖਿਆ ਰੂਪੀ ਤਤ ਮਤ ਸਰੂਪੀ ਸ਼ਬਦ ਗੁਰਮੰਤਰ ਸੁਣਾਉਂਦਾ ਦ੍ਰਿੜਾਉਂਦਾ ਹੈ। ਇਸ ਗੁਰ ਦੀਖਿਆ ਰੂਪੀ ਗੁਰਮੰਤਰ ਦੇ ਲੈਣ ਲਈ ਸਹੀ ਗੁਰਮੁਖ ਸਿੱਖ ਗੁਰੂ ਪਾਸ ਗੁਰੂ ਰੂਪ ਪੰਜਾਂ ਪਿਆਰਿਆਂ ਪਾਸ ਜਾਂਦੇ ਹਨ, ਜਿਨ੍ਹਾਂ ਦੇ ਪੂਰਬ ਲਿਖਤਕਾਰੀ ਪੋਤੇ ਵਿੱਚ ਪੁੰਨ ਕਰਮ ਲਿਖਿਆ ਹੁੰਦਾ ਹੈ। ਉਹਨਾਂ ਨੂੰ ਉੱਥੋਂ ਗੁਰਮਤਿ ਨਾਮ ਮਿਲਦਾ ਹੈ ਅਤੇ ਨਾਮ ਅਭਿਆਸ ਉੱਥੋਂ ਹੀ ਦ੍ਰਿੜ ਹੁੰਦਾ ਹੈ, ਜਿਸ ਕਰਕੇ ਉਹ ਨਾਮ ਦੀਆਂ ਅਤੁੱਟ ਅਭਿਆਸ ਕਮਾਈਆਂ ਕਰਨ ਲੱਗ ਪੈਂਦੇ ਹਨ। ਹਰ ਛਿਨ ਸਵਾਸ ਉਠਤ ਬੈਠਤ ਸੋਵਤ ਜਾਗਤ, ਹਰ ਘੜੀ ਹਰ ਸਾਇਤ ਹਰ ਪਲ ਨਾਮ ਦਾ ਹੀ ਉਚਾਰਨ ਕਰਦੇ ਹਨ, ਇੱਕ ਛਿਨ ਵੀ ਨਹੀਂ ਵਿਸਰਦੇ। ਐਸੇ ਨਾਮ ਅਭਿਆਸ ਕਮਾਈਆਂ ਕਰਨ ਵਾਲਿਆਂ ਦੇ ਕਰਮ ਧਰਮ ਕਾਰਜ ਸਭ ਸੁਤੇ ਹੀ ਪਵਿੱਤਰ ਅਤੇ ਗੁਰਮਤਿ ਅਨੁਕੂਲੀ ਹੁੰਦੇ ਹਨ। ਗੁਰਮਤਿ ਬਿਪਰਜੇ ਕਾਈ ਕਰਮ ਧਰਮ ਜਾਂ ਕਾਰਜ ਉਹਨਾਂ ਤੋਂ ਹੁੰਦੇ ਹੀ ਨਹੀਂ। ਯਥਾ ਗੁਰਵਾਕ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ। ਵਾਰ ਸੋਰਠ ਗੁਰੂ ਘਰ ਦੀ ਸਤ ਸੰਗਤ ਵਿੱਚੋਂ ਹੀ ਨਾਮ ਨਿਧਾਨ ਮਿਲਦਾ ਹੈ ਅਤੇ ਇੱਥੋਂ ਹੀ ਨਾਮ ਨਿਧਾਨ ਮਿਲਣ ਕਰਕੇ ਨਾਮੀ ਵਾਹਿਗੁਰੂ ਪਾਈਦਾ ਹੈ। ਘਟ ਵਿਖੇ ਹੀ ਗੁਪਤੋਂ ਪ੍ਰਗਟ ਹੋ ਜਾਂਦਾ ਹੈ। ਗੁਰਮਤਿ ਨਾਮ ਅਭਿਆਸ ਦੀ ਬਰਕਤ ਕਰਕੇ ਪ੍ਰਗਟ ਹੋਣ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਹਿਰਦੇ ਘਟ ਅੰਦਰ ਜੋਤ ਪ੍ਰਕਾਸ਼ੀ ਚਾਨਣਾ ਹੋ ਜਾਂਦਾ ਹੈ ਅਤੇ ਸਾਰਾ ਤਿਮਰ ਅਗਿਆਨ ਅੰਧੇਰ ਗਵਾਇਆ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਕੇਵਲ ਸਤਿਗੁਰੂ ਦੇ ਪ੍ਰਸਾਦ ਕਰ ਹੀ ਐਸਾ ਅਸਚਰਜ ਕੌਤਕ ਵਰਤਦਾ ਹੈ। ਜਿਸ ਵਾਹਿਗੁਰੂ ਨਿਰੰਕਾਰ ਨੂੰ ਅਗਾਧ ਬੋਧ ਸੁਣੀਦਾ ਹੈ, ਜੋ ਸਾਰੇ ਮਤ ਮਤਾਂਤਰ ਆਨਮਤ ਗਿਆਨ ਤੋਂ ਅਗੋਚਰਾ ਹੈ, ਸੋ ਗੁਰ ਪ੍ਰਸਾਦ ਕਰ ਗੁਰਮਤਿ ਤਤ ਗਿਆਨ ਦੀ ਅਗਾਧ ਕਿਰਪਾ ਕਰ ਰਿਦ ਅੰਤਰ ਹੀ ਆਏ ਉੱਠਦਾ ਹੈ। ਸਤਿਗੁਰੂ ਆਪ ਅੰਦਰ ਪ੍ਰਵੇਸ਼ ਕਰਾ ਦਿੰਦਾ ਹੈ, ਜਿਸ ਦੇ ਅੰਦਰ ਪ੍ਰਵੇਸ਼ ਕਰਨ ਵੁੱਠਣ ਕਰ ਜੋਤ ਜਲਵੀ ਚਾਨਣਾ ਹੀ ਚਾਨਣਾ ਹੋ ਜਾਂਦਾ ਹੈ, ਹਨੇਰੇ ਦਾ ਨਮੂਦ ਮਾਤਰ ਵੀ ਨਹੀਂ ਰਹਿੰਦਾ। ਸਤਿਗੁਰੂ ਦੀ ਨਦਰ ਮੇਰੀ ਦਾਤ ਕਰ ਨਾਮ ਦੀਆਂ ਕਮਾਈਆਂ ਵਾਲੇ ਗੁਰਮੁਖ ਜਨਾਂ ਪੰਜਾਂ ਪਿਆਰਿਆਂ ਦੁਆਰਾ ਪ੍ਰਵੇਸ਼ ਹੋਇਆ ਗੁਰ ਦੀਖਤੀ ਨਾਮ ਪਾਰਸ ਰੂਪ ਹੈ, ਪਾਰਸ ਕਲਾ ਸੰਪਨ ਹੈ। ਅਮਰੋਂ ਹੀ ਗੁਰਮਤਿ ਨਾਮ ਨੂੰ ਪਾਰ ਜਾਤੀ ਅੰਮ੍ਰਿਤ ਕਲਾ ਪ੍ਰਾਪਤ ਹੈ। ਕਾਇਆ ਕਲਪਨੀ ਪਾਰਸ ਕ੍ਰਿਸ਼ਮਨੀ ਕੁਦਰਤੀ ਚੁੰਬਕਤ ਹੈ, ਜਿਸ ਦੇ ਚੁੰਬਕ ਕ੍ਰਿਸ਼ਮੇ ਦੁਆਰਾ ਪਾਰਸ ਪਰਸਿਆਂ ਮਨੂਰੋਂ ਕੰਚਨ ਹੋ ਜਾਈਦਾ ਹੈ। ਐਸੀ ਪਾਰਸ ਪ੍ਰਭਾ ਵਾਲਾ ਨਾਮ ਕੇਵਲ ਗੁਰੂ ਨਾਨਕ ਦਸ਼ਮੇਸ਼ ਸਾਹਿਬ ਦੇ ਘਰੋਂ ਖੰਡੇ ਦਾ ਅੰਮ੍ਰਿਤ ਛਕ ਕੇ ਨਿਗੁਰਿਓਂ ਸਗੁਰਾ ਹੋਣ ਕਰ ਹੀ ਮਿਲਦਾ ਹੈ ਅਤੇ ਇਤਬਿਦ ਨਾਮ ਦੀ ਪ੍ਰਾਪਤੀ ਹੋਣ ਕਰ ਹੀ ਨਾਮ ਦੀ ਅਭਿਆਸ ਕਮਾਈ ਹੋ ਸਕਦੀ ਹੈ। ਐਸੀ ਪਾਰਸ ਸ਼ਕਤਨੀ ਨਾਮ ਕਮਾਈ, ਜਿਸ ਦੇ ਪਾਰਸ ਪ੍ਰਭਾਵੀ ਪ੍ਰਤਾਪ ਕਰ ਪ੍ਰਤੱਖ ਦਰਸ਼ਨਾਂ ਦੀ ਜੋਤ ਪ੍ਰਜੁਲਤੀ ਵਿਚਖਣਤਾ ਵਿਚਛਣ ਹੁੰਦੀ ਹੈ। ਜਿਨ੍ਹਾਂ ਵਿਚਛਣੀ ਜਨਾਂ ਦੇ ਬੜੇ ਨਿੱਗਰ ਤਪ ਕਰਮੀ ਪੁੰਨ ਪੱਲੇ ਪੂਤੇ ਵਿੱਚ ਹਨ, ਤਿਨਾਂ ਦੀ ਹੀ ਇਹ ਪਰਮਾਰਥੀ ਜੋਤ ਸੁਦਰਸ਼ਨੀ ਭਾਗਾਂ ਵਾਲੀ ਜਾਗ ਖੁੱਲਦੀ ਹੈ। ਯਥਾ ਗੁਰਵਾਕ ਸਤ ਸੰਗਤ ਨਾਮ ਨਿਧਾਨ ਹੈ, ਜਿੱਥੋਂ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਅਨੇਰ ਗਵਾਇਆ, ਲੋਹਾ ਪਾਰਸ ਭੇਟੀਐ ਕੰਚਨ ਹੋਏ ਆਇਆ, ਨਾਨਕ ਸਤਿਗੁਰ ਮਿਲਿਆ ਨਾਉ ਪਾਈਐ, ਮਿਲ ਨਾਮ ਧਿਆਇਆ, ਜਿਨ ਕੈ ਪੋਤੈ ਪੁੰਨ ਹੈ ਤਿਨੀ ਦਰਸ਼ਨ ਪਾਇਆ। ਸਾਰੰਗੀ ਵਾਰ ਸਾਰਾ ਸੰਸਾਰ ਤ੍ਰੈਗੁਣੀ ਮਾਇਆ ਮੋਹ ਦੇ ਹੜ ਵਿੱਚ ਹੜਿਆ ਰੁੜਿਆ ਜਾ ਰਿਹਾ ਹੈ।
ਕੋਈ ਗੁਰੂ ਵਰੋਸਾਇਆ ਗੁਰਸਿੱਖ ਸੱਜਣ ਹੀ ਮਾਇਆ ਅਤੀਤ ਤੁਰਿਆ ਗੁਣੀ ਚੌਥੇ ਪਦ ਵਿੱਚ ਖੇਡਦਾ ਹੈ। ਮਨਮੁੱਖਾਂ ਖੁਦਸਰਾਂ ਨੂੰ ਇਹ ਪਦ ਕਦੇ ਪ੍ਰਾਪਤ ਨਹੀਂ ਹੋ ਸਕਦਾ। ਕੇਵਲ ਗੁਰਮੁਖਾਂ ਨੂੰ ਹੀ ਇਸ ਪਦ ਦੀ ਪਹੁੰਚ ਹੈ। ਜਿਨ੍ਹਾਂ ਗੁਰਮੁਖਾਂ ਉੱਤੇ ਅਪਾਰ ਨਦਰ ਮਿਹਰ ਨਦਰਾਲੂ ਮਿਹਰਬਾਨ ਸਾਹਿਬ ਗੁਰੂ ਕਰਤਾਰ ਦੀ ਹੁੰਦੀ ਹੈ, ਤਿਨਾਂ ਦੀ ਹੀ ਇਸ ਪਦ ਪੁੱਗ ਕੇ ਤੋੜ ਨਿਭਦੀ ਹੈ। ਕਈਆਂ ਨੂੰ ਸੂਖਸ਼ਮ ਹੰਕਾਰ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਪੁੱਗਿਆ ਹੋਇਆ ਸਮਝ ਖਲੋਂਦੇ ਹਨ, ਜਿਸ ਹੰਕਾਰ ਦੇ ਕਾਰਨ ਉਹ ਵਿਚਾਲੇ ਹੀ ਕਾਂਪ ਖਾ ਜਾਂਦੇ ਹਨ ਤੇ ਪੁੱਗ ਖਲੋਣ ਅਵਸਥਾ ਤੋਂ ਉਰੇਡੇ ਹੀ ਰਹਿ ਜਾਂਦੇ ਹਨ। ਉਹਨਾਂ ਨੂੰ ਭਰਮ ਗਿਆਨ ਹੋ ਜਾਂਦਾ ਹੈ ਕਿ ਜੇ ਕੁਝ ਜਾਣਨਾ ਹੈ ਅਸੀਂ ਜਾਣ ਖੜੋਤੇ ਹਾਂ, ਸਾਨੂੰ ਪੂਰਨ ਗਿਆਨ ਪ੍ਰਾਪਤ ਹੋਇਆ ਹੈ, ਹੁਣ ਸਾਨੂੰ ਸਤ ਸੰਗਤ ਦੀ ਹੀ ਲੋੜ ਨਹੀਂ। ਹਾਲਾਂਕਿ ਗੁਰੂ ਸਾਹਿਬ ਦਾ ਫਰਮਾਨ ਹੈ, ਜਿਸ ਦੁਆਰਾ ਪਰਮਾਰਥ ਦੇ ਪਾਂਦੀਆਂ ਗੁਰਸਿੱਖਾਂ ਨੂੰ ਚੁਕੰਨੇ ਕੀਤਾ ਹੈ। ਸੁਣ ਬਾਵਰੇ ਮਤ ਜਾਣੈ ਪ੍ਰਭ ਮੈਂ ਪਾਇਆ, ਸੁਣ ਬਾਵਰੇ ਥਿਓ ਰੇਣ ਜਿਨੀ ਪ੍ਰਭ ਧਿਆਇਆ। ਸੂਹੀ ਛੰਤ ਮਹਲਾ ਪੰਜਵਾਂ। ਗੁਰਸਿੱਖਾਂ ਨੂੰ ਸਦਾ ਨਿਰਮਾਣ ਰਹਿਣਾ ਸਤਿਗੁਰੂ ਨੇ ਸਿਖਾਇਆ ਹੈ। ਇਸ ਪਰਮਾਰਥੀ ਮਾਣ ਸੂਖਮ ਹੰਕਾਰ ਤੋਂ ਬਚੇ ਰਹਿਣ ਤੋਂ ਹੀ ਸਾਵਧਾਨ ਕੀਤਾ ਹੈ ਕਿ ਮੈਂ ਪਰਮਾਰਥ ਅਤੇ ਪਰਮਾਰਥ ਗਿਆਨ ਸੰਬੰਧੀ ਸਭ ਕੁਝ ਜਾਣ ਲਿਆ ਹੈ। ਜਿਨ੍ਹਾਂ ਨੇ ਐਸਾ ਭਰਮ ਗਿਆਨ ਕੀਤਾ ਹੈ, ਉਹਨਾਂ ਅਭਾਗਿਆਂ ਦੀ ਖੜਦੀ ਕਲਾ ਹੋ ਗਈ ਹੈ। ਉਹਨਾਂ ਦੀ ਹਾਲਤ ਬੜੀ ਹੀ ਤਰਸਯੋਗ ਹੋ ਜਾਂਦੀ ਹੈ। ਉਹ ਸਤ ਸੰਗਤ ਵਿੱਚ ਜਾਣੋ ਭੀ ਰਹਿ ਖੜੋਂਦੇ ਹਨ। ਐਸੇ ਆਕੀ ਹੋ ਜਾਂਦੇ ਹਨ ਕਿ ਕਹਿੰਦੇ ਹਨ ਸਾਨੂੰ ਸੰਗਤ ਕਰਨ ਦੀ ਲੋੜ ਹੀ ਨਹੀਂ ਰਹੀ। ਸਭ ਤੋਂ ਭੈੜਪੁਣਾ ਇਹ ਵਾਪਰ ਜਾਂਦਾ ਹੈ ਕਿ ਨਾਮ ਅਭਿਆਸ ਕਰਨੋਂ ਵੀ ਉਚਾਟ ਹੋ ਜਾਂਦੇ ਹਨ। ਗੁਰਮਤ ਦੇ ਉੱਚ ਪਦ ਤੋਂ ਗੁੰਮਰਾਹ ਹੋ ਕੇ ਉਹਨਾਂ ਨੂੰ ਇਹ ਬਿਮਾਰੀ ਚਿਮੜ ਜਾਂਦੀ ਹੈ ਕਿ ਉਹ ਖਰੜ ਗਿਆਨੀ ਹੋ ਜਾਂਦੇ ਹਨ। ਗੁਰਬਾਣੀ ਦੀਆਂ ਤੁਕਾਂ ਦਾ ਉਲਟਾ ਅਰਥ ਕਰਨ ਲੱਗ ਜਾਂਦੇ ਹਨ। ਨਾਮ ਅਭਿਆਸ ਨੂੰ ਉਹ ਆਨਮਤੀਆਂ ਵਾਲਾ ਕਰਮ ਅਭਿਆਸ ਕੋ ਸਮਝਣ ਲੱਗ ਪੈਂਦੇ ਹਨ ਤੇ ਇਹ ਤੁਕ ਅੱਗੇ ਢਾਹ ਕੇ ਕਹਿੰਦੇ ਹਨ ਕਿ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਇਆ ਤਹ ਕਰਮਹ ਨਾਸ। ਇਹਨਾਂ ਦੋਹਾਂ ਪੰਕਤੀਆਂ ਦੀ ਵਿਸਥਾਰ ਸਹਿਤ ਵਿਆਖਿਆ ਤਾਂ ਅਸੀਂ ਅੱਗੇ ਚੱਲ ਕੇ ਕਰਾਂਗੇ, ਪਰੰਤੂ ਤਤ ਭਾਵ ਦਰਸ਼ਨੀ ਟੂਕ ਦਰਸਾਉਣੀ ਇੱਥੇ ਵੀ ਪਰਮ ਜ਼ਰੂਰੀ ਹੈ। ਨਾਮ ਅਭਿਆਸ ਕੋਈ ਆਨਮਤੀ ਕਰਮਾਂ ਜਿਹਾ ਅਭਿਆਸ ਨਹੀਂ। ਨਾਮ ਤਾਂ ਆਪਣੇ ਅਸਲੀ ਗੁਰਮਤ ਲੁਗਾਤੀ ਮਾਨਿਆਂ ਵਿੱਚ ਤਤ ਗਿਆਨ ਹੈ, ਕਰਮ ਨਹੀਂ ਜਿਸ ਨੂੰ ਅਸੀਂ ਛੱਡ ਬਹਿਣਾ ਹੈ। ਇਹ ਤਾਂ ਗਿਆਨ ਤਤ ਗਿਆਨ ਕਲਾ ਸੰਯੁਕਤੀਆ ਕਰਮ ਹੈ, ਜਿਸ ਨੂੰ ਕਿ ਗੁਰਮਤ ਗਿਆਨੀਆਂ ਭਗਤਾਂ ਨੇ ਤੋੜ ਸੱਚਖੰਡ ਵਾਸ ਤਾਈਂ ਵੀ ਕਰਨੋਂ ਨਹੀਂ ਹਟਣਾ। ਉਸ ਦੇ ਮਹਾਂ ਅਭਾਗ ਹਨ ਜਿਸ ਨੇ ਇਹ ਕੁ ਸਮਝ ਆਪਣੇ ਮਨ ਵਿੱਚ ਵਸਾ ਲਈ ਹੈ। ਗੁਰਮੁਖ ਗੁਰਸਿੱਖ ਨੇ ਤਾਂ ਤਦੋਂ ਤਾਈਂ ਨਿਭੇ ਓੜ ਵਾਲੀ ਵਿਵਸਥਾ ਵਿੱਚ ਵੀ ਨਾਮ ਨੂੰ ਧਿਆਈ ਜਾਣਾ ਹੈ। ਇਸ ਵਿੱਚ ਸੰਦੇਹ ਨਹੀਂ ਕਿ ਜਿਉਂ-ਜਿਉਂ ਉਹ ਨਾਮ ਧਿਆਏਗਾ ਤਿਉਂ-ਤਿਉਂ ਉਸ ਦੀ ਅਨੰਤ ਤਰੰਗਾਂ ਵਾਲੀ ਨਾਮ ਧਿਆਵਣੀ ਆਤਮ ਅਵਸਥਾ, ਧਿਆਵਨ ਆਤਮੀ ਅਵਸਥਾ ਉੱਚੀ ਤੋਂ ਉੱਚੀ ਅਜਬ ਰੰਗਾਂ ਵਾਲੀ ਬਿਸਮ ਤਰੰਗਾਂ ਵਾਲੀ ਹੁੰਦੀ ਜਾਏਗੀ। ਪਰ ਉਹ ਨਾਮ ਧਿਆਵਣੋਂ ਕਦੇ ਨਹੀਂ ਹਟੇਗਾ। ਨਾਮ ਧਿਆਵਣ ਦਾ ਸਵਾਦ, ਅਸਲ ਸਵਾਦ, ਬਿਸਮਾਦੀ ਸਵਾਦ ਹੀ ਅੱਗੇ ਜਾ ਕੇ ਉੱਚੇ ਚੜ੍ਹ ਕੇ ਆਏਗਾ। ਜਿਉਂ-ਜਿਉਂ ਉਹ ਉੱਚੇ ਤੋਂ ਉੱਚੇ ਆਤਮ ਰੰਗਾਂ ਵਿੱਚ ਅਰੂੜ ਹੁੰਦਾ ਜਾਵੇਗਾ, ਤਿਉਂ-ਤਿਉਂ ਉਸ ਦੀ ਨਾਮ ਅਭਿਆਸ ਤਰੰਗਾਂ ਵਾਲੀ ਅਵਸਥਾ ਵੀ ਉੱਚੀ ਹੁੰਦੀ ਚਲੀ ਜਾਏਗੀ। ਆਤਮ ਪਰਮਾਤਮ ਸੰਗਮੀ ਮਿਲਾਪ ਦਰਸ਼ਨ ਮੇਲਿਆ, ਸਨਮੁਖੀ ਪਰਮਾਤਮ ਦਰਸ਼ਨ, ਦਰਸ਼ਨ ਕਰਨ ਹਾਰੇ ਗੁਰਮੁਖ ਦੀ ਨਾਮ ਅਭਿਆਸ ਕਮਾਈ ਦੇ ਰਸ ਨੂੰ ਹੋਰ ਵੀ ਚਾਰ ਚੰਦ ਲਾਵੇਗਾ। ਜਿਉਂ-ਜਿਉਂ ਸਨਮੁਖ ਦਰਸ਼ਨਾਂ ਦੇ ਆਨੰਦ ਮਾਣੇਗਾ, ਤਿਉਂ-ਤਿਉਂ ਉਸ ਦੇ ਨਾਮ ਅਭਿਆਸ ਖੇੜੇ ਵਿੱਚ ਅਨੁਪਮ ਤੋਂ ਅਨੁਪਮ ਰੰਗ ਰਸ ਖਿੜੇਗਾ। ਜਿੱਥੇ ਅਗਮ ਅਗਾਹ ਪਾਰ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਨਾਮੀ ਦੇ ਪਰੇ ਤੋਂ ਪਰੇ ਦਰਸ਼ਨਾਂ ਦੀ ਥਾਂ ਨਹੀਂ, ਤਿੱਥੇ ਨਾਮੀ ਅਕਾਲ ਪੁਰਖ ਦੇ ਨਾਮ ਦੀ ਵੀ ਗਹਿਣਗਤ ਕੋਈ ਨਹੀਂ। ਨਾ ਹੀ ਨਾਮ ਦੇ ਅਭਿਆਸ ਦਾ ਪਾਰਾਵਾਰ ਹੈ। ਨਾਮ ਅਭਿਆਸ ਗੁਰਮੁਖ ਜਨ ਦੀ ਜਾਨ, ਰੂਹੋ ਰਵਾਨ ਹੈ ਅਤੇ ਹਰ ਜਨ ਇੱਕ ਤੋਂ ਇੱਕ ਚੜ੍ਹੰਦੀਆਂ ਆਤਮ ਵਿਵਸਥਾ ਵਿਖੇ ਹੋਰ ਤੋਂ ਹੋਰ ਵੱਧ ਕਲਿਆਣਕਾਰੀ ਨਿਸ਼ਾਨ ਹੈ। ਤਾਂ ਹੀ ਤੇ ਗੁਰਬਾਣੀ ਅੰਦਰ ਨਾਮ ਧਿਆਵਣਾ ਗੁਰਮੁਖਾਂ ਦਾ ਕਦੇ ਹਟਕਦਾ ਨਹੀਂ। ਨਾਮ ਨਾਮੀ ਅਭੇਦਤਾ ਦੇ ਸਾਪੇਕਸ਼ ਗਿਆਨ ਵਿਖੇ ਵੀ ਨਹੀਂ ਹਟਕਦਾ। ਜਿਸ ਨਾਮ ਦੇ ਮਨ ਵਸਣ ਕਰਕੇ ਨਾਮੀ ਨਿਰੰਕਾਰ ਦਾ ਮੇਲ ਮਿਲਾਪ ਹੁੰਦਾ ਹੈ, ਉਸ ਨੂੰ ਕਦੇ ਛੱਡਿਆ ਜਾ ਸਕਦਾ ਹੈ? ਮਿਲਾਪ ਤਾਂ ਕਿਰਪਾ ਨਦਰ ਮਿਹਰ ਦਾ ਪ੍ਰਤਾਪ ਹੈ। ਵਾਹਿਗੁਰੂ ਜਪ ਹੁਕਮੀ ਵਾਹਿਗੁਰੂ ਦੀ ਹੁਕਮ ਰਜ਼ਾ ਹੈ। ਤੋੜ ਤਾਈਂ ਤੋੜ ਪੁੱਜੇ ਤਾਈਂ ਵੀ ਛੱਡਣ ਦਾ ਹੁਕਮ ਨਹੀਂ। ਛੱਡ ਬੈਠਾ ਤਾਂ ਰਹਿ ਖੜੋਤਾ। ਇਹ ਹੈ ਗੁਰਮਤ ਮਤ ਸਤਿਗੁਰੂ ਦੀ, ਜੋ ਗੁਰੂ ਸਾਹਿਬ ਨੇ ਗੁਰਬਾਣੀ ਦੁਆਰਾ ਸਿੱਖਾਂ ਪ੍ਰਤੀ ਦ੍ਰਿੜਾਈ ਬੁਝਾਈ ਹੈ। ਗੁਰਬਾਣੀ ਸਰੂਪੇ ਸਤਿਗੁਰੂ, ਗੁਰਬਾਣੀ ਨਿਧੇ ਸਤਿਗੁਰੂ ਦੀ ਸਤਸੰਗਤ ਅਤੇ ਸਤਸੰਗੀਆਂ ਦਾ ਦਰਸ਼ਨ ਮਿਲਾਪ ਤਿੰਨਾਂ ਨੂੰ ਹੀ ਹੁੰਦਾ ਹੈ, ਜਿਨ੍ਹਾਂ ਦੇ ਪੂਰਬ ਜਨਮ ਕਰਮੀ ਪੋਤੇ ਕਰਮ ਨਛੱਤਰ ਵਿੱਚ ਲਿਖਿਆ ਹੁੰਦਾ ਹੈ। ਯਥਾ ਗੁਰਵਾਕ
ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ। ਕਰ ਕਿਰਪਾ ਮਿਲਾਇਨ ਹਰ ਨਾਮ ਵਸਿਆ ਮਨ ਆਏ। ਪੋਤੈ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇ ਲਾਏ। ਸ੍ਰੀ ਰਾਗ ਮਹਲਾ ਤੀਜਾ।